ਭਾਰਤ ਅਤੇ ਕੈਨੇਡਾ ਵਿਵਾਦ ਨੂੰ ਲੈ ਕੇ ਨਵੀਆਂ ਅਪਡੇਟਾਂ ਸਾਹਮਣੇ ਆਈਆਂ ਨੇ। ਦਰਸ਼ਕੋ, ਕੁਝ ਵੱਡੀਆਂ ਜਾਣਕਾਰੀਆਂ ਅਸੀਂ ਲੈ ਕੇ ਹਾਜ਼ਰ ਹੋਏ ਹਾਂ ਤੇ ਮੇਰੇ ਨਾਲ ਜੋ ਇਸ ਵਕਤ ਜੁੜ ਚੁੱਕੇ ਨੇ ਦਲਜੀਤ ਸਿੰਘ, ਸਵਾਗਤ ਉਹਨਾਂ ਨਾਲ ਜੁੜਨ ਦੇ ਲਈ। ਤੁਹਾਡਾ ਬਹੁਤ ਧੰਨਵਾਦ। ਤੁਹਾਡੇ ਦਰਸ਼ਕਾਂ ਦਾ, ਤੁਸੀਂ ਸੁਣਦੇ ਹੋ, ਪਿਆਰ ਦਿੰਦੇ ਹੋ, ਬਹੁਤ ਧੰਨਵਾਦ। ਦਲਜੀਤ ਸਿੰਘ ਜੀ, ਦੋ ਵੱਡੇ ਸਵਾਲ ਨੇ, ਮੈਂ ਚਾਹੁੰਦਾ ਉਹਨਾਂ ਦਾ ਜਵਾਬ ਆਪਾਂ ਪਹਿਲਾਂ ਕਰ ਲਈਏ, ਉਸ ਤੋਂ ਬਾਅਦ ਅਗਲੇ ਮਸਲੇ ਵੱਲ ਵਧਾਂਗੇ। ਯੂਐਨਓ ਵਿੱਚ ਜਸਟਿਨ ਟਰੂਡੋ ਜਾ ਕੇ ਆਏ ਨੇ, ਕਿਵੇਂ ਦੇਖਦੇ ਹੋ ਯੂਐਨ ਵਿੱਚ ਕੈਨੇਡਾ ਵੱਲੋਂ ਆਪਣੀ ਪਹੁੰਚ ਕਰਨਾ? ਭਾਰਤ ਦੇ ਕਹਿ ਲਓ ਕਿ ਜੋ ਉਹਨਾਂ ਨੇ ਐਲੀਗੇਸ਼ਨ ਲਾਏ ਸੀਗੇ ਕਿ ਸਾਡੇ ਦੇਸ਼ ਵਿੱਚ ਆ ਕੇ ਉਹਨਾਂ ਨੇ ਸਾਡੇ ਸਿਟੀਜ਼ਨ ਦਾ ਮਰਡਰ ਕੀਤਾ ਹੈ। ਦੇਖੋ, ਆਪਾਂ ਸ਼ੁਰੂਆਤ ਇਸ ਗੱਲ ਤੋਂ ਕਰਦੇ ਹਾਂ ਕਿ ਇਹ ਬਹੁਤ ਰੇਅਰ ਚਾਂਸਸ ਹੁੰਦੇ ਆ ਕਿ ਜਦੋਂ ਇੱਕ ਇੰਡੀਵਿਜੂਅਲ ਦੇ ਮਰਨ ਤੋਂ ਬਾਅਦ, ਯਾਨੀ ਕਿ ਮਰਡਰ ਹੋ ਜਾਏ, ਕਤਲ ਹੋ ਜਾਏ, ਉਸ ਤੋਂ ਬਾਅਦ ਐਡੇ ਵੱਡੇ ਐਕਸ਼ਨ ਜਿਹੜੇ ਉਹ ਕੋਈ ਵੱਡੀਆਂ ਤਾਕਤਾਂ ਲੈਣ। ਸੋ ਭਾਈ ਜੀ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਮਾਮਲੇ ਦੇ ਵਿੱਚ ਜੋ ਸਟੈਂਡ ਵੈਸਟ ਨੇ ਲਿਆ, ਇਹ ਵਾਕਈ ਅਜੀਬੋ-ਗਰੀਬ ਹੈ ਤੇ ਬਹੁਤ ਅੱਖਾਂ ਖੋਲਣ ਵਾਲਾ ਕਿ ਇੱਕ ਸਿੱਖ ਲੀਡਰ ਦੇ ਡੈਥ ਤੋਂ ਬਾਅਦ ਕਹਿ ਲਈਏ ਜਾਂ ਮਰਡਰ ਤੋਂ ਬਾਅਦ ਕੈਨੇਡਾ, ਆਸਟ੍ਰੇਲੀਆ, ਅਮਰੀਕਾ, ਇੰਗਲੈਂਡ, ਫਰਾਂਸ ਵਰਗੀਆਂ ਵੱਡੀਆਂ ਤਾਕਤਾਂ ਜਿਹੜੀਆਂ ਨੇ ਉਹ ਇਕਜੁੱਟ ਹੋਈਆਂ ਨਜ਼ਰ ਆ ਰਹੀਆਂ ਭਾਰਤ ਦੇ ਖਿਲਾਫ। ਜੇ ਹੁਣ ਤੁਸੀਂ ਗੱਲ ਯੂਐਨਓ ਦੀ ਕਰਦੇ ਹੋ ਤਾਂ ਬਿਲਕੁਲ ਤੁਹਾਡੀ ਗੱਲ ਸਹੀ ਹੈ। ਯੂਐਨਓ ਦੇ ਵਿੱਚ ਜਾ ਕੇ ਜੀ ਜਸਟਿਨ ਟਰੂਡੋ ਹੋਰਾਂ ਨੇ ਆਪਣਾ ਉਹੀ ਭਾਸ਼ਣ ਦੁਹਰਾਇਆ ਜਿਹੜਾ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਕਿਹਾ ਸੀ, ਜਦ ਉੱਥੇ ਸਪੀਕਰ ਸਾਹਿਬ ਨੂੰ ਸੰਬੋਧਨ ਹੋ ਕੇ ਕਿਹਾ ਸੀ। ਉਹਨਾਂ ਨੇ ਕਿਹਾ ਕਿ ਬਿਲਕੁਲ ਅਸੀਂ ਉਸ ਗੱਲ ਦੇ ਉੱਤੇ ਅੱਜ ਵੀ ਡਟੇ ਹੋਏ ਆ ਤੇ ਇਹਦੇ ਉੱਤੇ ਇਨਵੈਸਟੀਗੇਸ਼ਨ ਜਿਹੜੀ ਆ ਅਸੀਂ ਹੋਰ ਕਰਵਾਵਾਂਗੇ, ਅੱਗਿਓਂ ਕਰਵਾਵਾਂਗੇ। ਹੁਣ ਮਸਲਾ ਜਿਹੜਾ ਹੈ ਉਹ ਯੂਐਨਓ ਦੇ ਵਿੱਚ ਜਾ ਕੇ ਬੋਲਣ ਦਾ, ਇਹ ਬਹੁਤ ਵੱਡੇ ਪੱਧਰ ਦੇ ਉੱਤੇ ਗੱਲਾਂ ਜਿਹੜੀਆਂ ਨੇ ਚਲੇ ਜਾਂਦੀਆਂ ਜਦੋਂ ਯੂਐਨਓ ਤੱਕ ਗੱਲ ਪਹੁੰਚੇ। ਮਤਲਬ ਯੂਐਨਓ ਤਾਂ ਇੱਕ ਆਪਣੇ ਆਪ ਦੇ ਵਿੱਚ ਇੱਕ ਵੱਡੀ ਪਾਵਰ ਮੰਨੀ ਜਾਂਦੀ ਹੈ ਨਾ, ਦੇਸ਼ਾਂ ਦਾ ਸਮੂਹ ਹੈ। ਇੱਕ ਆਪਾਂ ਇਹ ਕਹਿ ਲਈਏ ਵੀ ਪੰਚਾਇਤ ਹੈਗੀ ਹੈ, ਸਾਰੇ ਦੇਸ਼ਾਂ ਦੇ ਸਮੂਹ ਦੀ ਇੱਕ ਪੰਚਾਇਤ ਹੈ ਯੂਐਨਓ, ਜੇ ਉੱਥੇ ਮਸਲਾ ਪਹੁੰਚਦਾ। ਪਰ ਉਸ ਤੋਂ ਪਹਿਲਾਂ ਵੀ ਦੇਖੀਏ ਤੇ ਮਸਲਾ ਕਿਤੇ ਕੋਈ ਛੋਟਾ ਮੋਟਾ ਨਹੀਂ ਹੈ। ਜਦੋਂ ਅਮਰੀਕਾ ਦੇ ਬਾਰੇ ਵਾਸ਼ਿੰਗਟਨ ਪੋਸਟ ਦੇ ਵਿੱਚ, ਜਿਹੜੀ ਇੱਕ ਵੱਡੀ ਅਖਬਾਰ ਹੈ ਨਾ ਅਮਰੀਕਾ ਦੀ, ਵਾਸ਼ਿੰਗਟਨ ਪੋਸਟ, ਉਹਦੇ ਵਿੱਚ ਇੱਕ ਲੇਖ ਛਪਦਾ ਤੇ ਲੇਖ ਦੇ ਵਿੱਚ ਕਿਹਾ ਗਿਆ ਕਿ ਅਮਰੀਕਾ ਨੇ ਕੈਨੇਡਾ ਦਾ ਸਾਥ ਨਹੀਂ ਦਿੱਤਾ ਇਸ ਮਸਲੇ ਦੇ ਉੱਤੇ। ਯਾਨੀ ਕਿ ਉਹ ਲੇਖ ਜਿਹੜਾ ਲਿਖਣ ਵਾਲਾ ਜਿਹੜਾ ਐਡੀਟਰ ਹੈਗਾ, ਉਹ ਵਾਸ਼ਿੰਗਟਨ ਪੋਸਟ ਦੇ ਵਿੱਚ ਲਿਖ ਰਿਹਾ ਕਿ ਹਰਦੀਪ ਸਿੰਘ ਨਿੱਜਰ ਕਤਲ ਮਾਮਲੇ ਦੇ ਵਿੱਚ ਕੈਨੇਡਾ ਦੇ ਨਾਲ ਨਹੀਂ ਖੜਿਆ ਅਮਰੀਕਾ। ਸੋ ਉਹਦੇ ਜਵਾਬ ਦੇ ਵਿੱਚ ਦੇਖੋ, ਇੱਕ ਅਖਬਾਰੀ ਖਬਰ ਦੇ ਬਾਰੇ ਫਿਰ ਅਮਰੀਕਾ ਜਵਾਬ ਦਿੰਦਾ ਹੈ। ਅਮਰੀਕਾ ਦੇ ਬੁਲਾਰੇ ਜਵਾਬ ਦਿੰਦੇ ਨੇ ਕਿ ਆਹ ਜੋ ਖਬਰ ਛਪੀ ਹੈ ਵਾਸ਼ਿੰਗਟਨ ਪੋਸਟ ਦੇ ਵਿੱਚ, ਇਹ ਬਿਲਕੁਲ ਝੂਠੀ ਹੈ। ਅਸੀਂ ਇਸ ਮਸਲੇ ਦੇ ਉੱਤੇ ਕੈਨੇਡਾ ਦੇ ਨਾਲ ਖੜੇ ਹੋਏ ਹਾਂ। ਸਗੋਂ ਸਾਡੀਆਂ ਜਿਹੜੀਆਂ ਏਜੰਸੀਆਂ ਨੇ ਉਹਨਾਂ ਨੇ ਰਲ ਕੇ ਇਨਵੈਸਟੀਗੇਸ਼ਨ ਕੀਤੀ ਹੈ ਤੇ ਅਸੀਂ ਇਸ ਨਤੀਜੇ ਦੇ ਉੱਤੇ ਪਹੁੰਚੇ ਹਾਂ। ਸੋ ਆਲਰੇਡੀ ਇਹ ਮਸਲਾ ਜਿਹੜਾ ਹੈ ਵੱਡੇ ਦੇਸ਼ਾਂ ਦਾ, ਵੱਡੀਆਂ ਜਿਹੜੀਆਂ ਪਾਵਰਾਂ ਨੇ ਦੁਨੀਆ ਨੂੰ ਰਨ ਕਰਦੀਆਂ ਨੇ, ਜੋ ਇਹ ਕਹਿੰਦੇ ਆ ਕਿ ਇਹ ਤੈਅ ਕਰਦੇ ਆ ਤੇ ਉਹੀ ਫਿਰ ਆਮ ਲੋਕ, ਛੋਟੇ ਮੁਲਕ ਜਿਹੜੇ ਨੇ, ਥਰਡ ਵਰਲਡ ਕੰਟਰੀਜ਼ ਜਿਹੜੇ ਨੇ, ਉਹਨੂੰ ਅਡਾਪਟ ਕਰਦੇ ਨੇ। ਸੋ ਪਾਲਿਸੀ ਕ੍ਰੀਏਟ ਕਰਨਾ ਜਾਂ ਵੱਡੇ ਜਿਹੜੇ ਕਾਨੂੰਨ ਬਣਾਉਣੇ ਜਾਂ ਹੋਰ ਜਿਹੜੀਆਂ ਗੱਲਾਂ ਬਾਤਾਂ, ਉਹ ਇਹਨਾਂ ਦੇਸ਼ਾਂ ਤੋਂ ਕਰਦੇ। ਇਹਨੂੰ ਫਾਈਵ ਆਈਜ਼ ਵੀ ਕਿਹਾ ਜਾਂਦਾ ਹੈ। ਫਾਈਵ ਆਈਜ਼ ਮਤਲਬ ਇਹ 5 ਵੱਡੇ ਮੁਲਕਾਂ ਦੇ ਜਿਹੜੇ ਮੈਂ ਨਾਮ ਲਏ ਨੇ। ਸੋ ਯੂਐਨਓ ਤੱਕ ਇਹ ਮਸਲਾ ਜਾ ਚੁੱਕਿਆ। ਇਹਦੀ ਇਨਵੈਸਟੀਗੇਸ਼ਨ ਬਾਰੇ ਜਿਹੜੀ ਹੈ ਗੱਲ ਕਹੀ ਜਾ ਰਹੀ ਹੈ ਕਿ ਆਪਾਂ ਕਰਵਾਵਾਂਗੇ, ਤੇ ਜੇਕਰ ਦੋਸ਼ੀ ਇਹਦੇ ਵਿੱਚ ਕੋਈ ਵੀ ਨਿਕਲਦਾ, ਉਹਨਾਂ ਦੇ ਭਾਣੇ ਇਹ ਨਹੀਂ ਹੈ ਕਿ ਉਹ ਇੰਡੀਆ ਨੂੰ ਟਾਰਗੇਟ ਕਰਨਾ ਚਾਹੁੰਦੇ ਆ। ਉਹ ਕਹਿੰਦੇ ਆ ਕਿ ਸਾਡੀ ਸੋਵਰਨਿਟੀ ਦੇ ਉੱਤੇ ਹਮਲਾ ਹੈ, ਸਾਡੀ ਸੋਇਲ ਦੇ ਉੱਤੇ ਆ ਕੇ ਬੰਦਾ ਮਾਰ ਦਿੱਤਾ ਗਿਆ। ਸੋ ਇਹਦਾ ਮਤਲਬ ਤੁਸੀਂ ਚੈਲੰਜ ਕਰਦੇ ਹੋ, ਸਾਡੀ ਸਿਕਿਉਰਿਟੀ ਫੋਰਸਿਸ ਨੂੰ ਚੈਲੰਜ ਕਰਦੇ ਹੋ, ਸਾਨੂੰ ਕੈਨੇਡਾ ਨੂੰ ਇੱਕ ਚੈਲੰਜ ਕਰਦੇ ਹੋ। ਹੁਣ ਇਹੀ ਗੱਲ ਆਪਾਂ ਜੇ ਭਾਰਤ ਦੇ ਉੱਤੇ ਲਾ ਕੇ ਵੀ ਦੇਖ ਲਈਏ, ਹੁਣ ਕੱਲ ਨੂੰ ਕੈਨੇਡਾ, ਜਾਂ ਫੋਰ ਐਗਜ਼ਾਮਪਲ ਮੈਂ ਗੱਲ ਕਰ ਰਿਹਾ, ਇੱਕ ਐਗਜ਼ਾਮਪਲ ਦੇ ਰਿਹਾ ਮੈਂ ਤੁਹਾਨੂੰ, ਕਿ ਜੇ ਕੈਨੇਡਾ ਵਰਗਾ ਮੁਲਕ ਜਾ ਕੇ ਕੋਈ ਉੱਥੇ ਭਾਰਤ ਦੇ ਵਿੱਚ ਇਸ ਤਰ੍ਹਾਂ ਦਾ ਨੁਕਸਾਨ ਕਰ ਦਿੰਦਾ, ਤਾਂ ਫਿਰ ਉਹਦਾ ਰਿਐਕਟ ਕੀ ਹੋਏਗਾ? ਭਾਰਤੀ ਤਾਂ ਇਹੀ ਕਹਿਣਗੇ ਨਾ ਕਿ ਲਓ ਜੀ, ਇਹ ਤਾਂ ਸਾਡੀ ਅਣਖ ਦੇ ਉੱਤੇ ਹਮਲਾ ਹੋ ਗਿਆ, ਸਾਡਾ ਤਾਂ ਬੰਦਾ ਜਾਂ ਫਿਰ ਸਾਡੇ ਅਟੈਕ ਕਰ ਦਿੱਤਾ। ਤੁਸੀਂ ਦੇਖੋ ਨਾ, ਭਾਰਤ ਵੀ ਕਿੰਨੀ ਤਰਜੀਹ ਦਿੰਦਾ ਜਦੋਂ ਕੋਈ ਅੱਤਵਾਦੀ ਅਟੈਕ ਹੁੰਦਾ। ਪੁਲਵਾਮਾ ਦੇ ਵਿੱਚ ਫੌਜੀ ਮਾਰੇ ਜਾਂਦੇ ਨੇ ਸਾਡੇ, ਉਹ ਜਦੋਂ ਟਰੱਕ ਬਰੂਦ ਦੇ ਨਾਲ ਉਡਾ ਦਿੱਤਾ ਗਿਆ ਤਾਂ ਉਹਦਾ ਜਿਹੜਾ ਬਦਲਾ ਸੀ ਉਹ ਸਰਜੀਕਲ ਸਟ੍ਰਾਈਕ ਕਰਕੇ ਲਿਆ ਗਿਆ। ਇਹ ਤਾਂ ਤੁਸੀਂ ਵੀ ਜਾਣਦੇ ਹੋ, ਵੱਡੀਆਂ ਖਬਰਾਂ ਚਲੀਆਂ, ਕਿਉਂਕਿ ਉਹਨਾਂ ਨੇ ਕਿਹਾ ਕਿ ਸਾਡੀ ਅਣਖ ਤੇ ਹਮਲਾ ਹੋਇਆ। ਤੇ ਜੇਕਰ ਇਨਸਾਈਡ, ਯਾਨੀ ਕਿ ਸਾਡੀਆਂ ਜਿਹੜੀਆਂ ਅੰਦਰ ਖਾਤੇ, ਜਿਹੜੀ ਸਾਡੇ ਭਾਰਤ ਦੇ ਵਿੱਚ ਜਿੱਥੇ ਕਿਤੇ ਹਮਲੇ ਹੁੰਦੇ ਨੇ, ਉਹਦਾ ਵੀ ਕਿਹਾ ਜਾਂਦਾ। ਨਰਿੰਦਰ ਮੋਦੀ ਜਾਂ ਫਿਰ ਮੀਡੀਆ ਦੇ ਉੱਤੇ ਚੀਖ ਕੇ ਕਿਹਾ ਜਾਂਦਾ ਕਿ ਲਓ ਜੀ, ਅਸੀਂ ਹਮਲਾ ਕਰਾਂਗੇ, ਅਸੀਂ ਵਾਪਸ ਮੂੰਹ ਤੋੜ ਜਵਾਬ ਦੇਵਾਂਗੇ, ਪਾਕ ਆਪਣੀ ਨਾਪਾਕ ਜੀ ਹਰਕਤੋਂ ਸੇ ਬਾਜ਼ ਨਹੀਂ ਆ ਰਹਾ, ਵਗੈਰਾ ਵਗੈਰਾ, ਇਹ ਸਾਰਾ ਕੁਝ ਕਿਹਾ ਜਾਂਦਾ। ਹੁਣ ਇਹੀ ਚੀਜ਼ ਜਿਹੜੀ ਆ ਜੀ ਉਹ ਕੈਨੇਡਾ ਸੋਚ ਰਿਹਾ ਤੇ ਉਹਦੇ ਨਾਲ ਅਮਰੀਕਾ ਸੋਚ ਰਿਹਾ। ਉਹਨਾਂ ਦਾ ਮਕਸਦ ਸਿਰਫ ਇਸ ਘਟਨਾ ਨੂੰ ਟਾਰਗੇਟ ਕਰਨਾ ਨਹੀਂ ਹੈ, ਇਹਦਾ ਹੱਲ ਕੱਢਣਾ ਨਹੀਂ ਹੈ। ਉਹਨਾਂ ਦਾ ਇਹ ਵੀ ਹੈ ਕਿ ਫਿਊਚਰ ਦੇ ਵਿੱਚ ਇਸ ਤਰ੍ਹਾਂ ਦਾ ਜੇਕਰ ਆਪਾਂ ਇਹਦੇ ਉੱਤੇ ਐਕਸ਼ਨ ਨਾ ਲਿਆ ਤਾਂ ਫਿਰ ਤਾਂ ਭਾਈ ਸਾਨੂੰ ਜਣਾ ਖਣਾ ਆ ਕੇ ਟਿਚਰਾ ਕਰਿਆ ਕਰੂਗਾ। ਕੱਲ ਨੂੰ ਕੋਈ ਰਸ਼ੀਅਨ ਆ ਕੇ ਇੱਥੇ ਆਪਣਾ ਬੰਦਾ ਮਾਰ ਜੂਗਾ, ਚਾਈਨਾ ਅੱਗੇ ਬੈਠਾ ਹੋਇਆ ਉਸ ਤਰ੍ਹਾਂ ਦਾ,
ਵੀ ਚਾਈਨਾ ਆ ਕੇ ਇੱਥੇ ਸਾਡੇ ਜਿਹੜਾ ਅੱਗੇ ਇੰਟਰਫੇਅਰ ਕਰ ਰਿਹਾ ਤੇ ਉਹ ਇਸ ਤਰ੍ਹਾਂ ਦੇ ਕਾਂਡ ਕਰੇਗਾ। ਸੋ ਆਪਣੀ ਸੋਵਰਨਟੀ, ਆਪਣੀ ਤਾਕਤ ਮੌਕੇ ਦੇ ਉੱਤੇ ਦਿਖਾਉਣ ਕਰਕੇ ਇਹ ਵੱਡਾ ਐਕਸ਼ਨ ਜਿਹੜਾ ਲਿਆ ਜਾ ਰਿਹਾ। ਬੇਸ਼ੱਕ ਇਹਦੇ ਵਿੱਚੋਂ ਸਿੱਖਾਂ ਦਾ ਬਹੁਤ ਵੱਡਾ ਫਾਇਦਾ ਨਿਕਲ ਰਿਹਾ। ਸਿੱਖਾਂ ਦੇ ਉੱਤੇ ਲੱਗੇ ਅੱਜ ਤੱਕ ਅੱਤਵਾਦ ਦੇ ਜਿਹੜੇ ਟੈਗ ਨੇ ਉਹ ਇਸ ਘਟਨਾ ਤੋਂ ਬਾਅਦ ਧੋਤੇ ਗਏ ਆ, ਕੋਈ ਮੰਨੇ ਚਾਹੇ ਨਾ ਮੰਨੇ। ਕਿਉਂਕਿ ਬਹੁਤ ਵਾਰ ਤੁਸੀਂ ਦੇਖਿਆ ਹੋਣਾ ਕਿਹਾ ਜਾਂਦਾ ਹੈ ਸਿੱਖ आतंकवादी, सिखों ने एक्सट्रीमिज्म फैला दिया पूरी दुनिया में वगैरह वगैरह किया जाता है। कनाडा में कनिष्क कांड करा दिया, इंग्लैंड में फलाना करा दिया, थाईलैंड में जगतार सिंह तारा। सो एक ਜਿਹੜੀ ਹਵਾ ਕ੍ਰੀਏਟ ਕੀਤੀ ਗਈ ਪਿਛਲੇ 40-50 ਸਾਲ ਦੇ ਵਿੱਚ ਕਿ ਇਹ ਸਿੱਖ ਜਿਹੜੇ ਨੇ ਅੱਤਵਾਦੀ ਨੇ ਤੇ ਇਹ ਅੱਤਵਾਦ ਨੂੰ ਆਪਣਾ ਧਰਮ ਸਮਝਦੇ ਆ। ਇਹਨਾਂ ਦੇ ਬੰਦੇ ਦਰਬਾਰ ਸਾਹਿਬ ਦੇ ਵਿੱਚ ਬੰਦੂਕਾਂ ਲੈ ਕੇ ਵੜੇ ਸੀ, ਅਸੀਂ ਤਾਂ ਹਮਲੇ ਕੀਤੇ ਆ। ਉਹ ਸਾਰਾ ਕੁਝ ਕਿਤੇ ਨਾ ਕਿਤੇ ਇਹ ਜਸਟੀਫਾਈ ਕਰਦੇ ਰਹੇ ਆ, ਪਰ ਅੱਜ ਉਹ ਸਾਰਾ ਰਿਵਰਸ ਹੋ ਗਿਆ। ਮਤਲਬ ਕਿ ਹੁਣ ਤੱਕ 30-35-40 ਸਾਲ ਦੇ ਵਿੱਚ ਜਿੰਨੇ ਵੀ ਸਿੱਖਾਂ ਦੇ ਉੱਤੇ ਇਹ ਐਲੀਗੇਸ਼ਨ ਦੋਸ਼ ਸੀ ਕਿ ਸਿੱਖ ਅੱਤਵਾਦੀ ਹੈ, ਉਹ ਅੱਜ ਸਾਰੇ ਧੋਤੇ ਗਏ ਇਸ ਘਟਨਾ ਤੋਂ ਬਾਅਦ। ਕਿਉਂਕਿ ਸਿੱਖ ਅੱਜ ਵਿਕਟਮ ਨਜ਼ਰ ਆ ਰਹੇ ਨੇ ਪੂਰੀ ਦੁਨੀਆ ਨੂੰ। ਸਿੱਖ ਵਿਕਟਮ ਨਜ਼ਰ ਆ ਰਹੇ ਨੇ ਕਿਉਂਕਿ ਸਿੱਖਾਂ ਦਾ ਬੰਦਾ ਇੱਕ ਲੀਡਰ ਜਿਹੜਾ ਸੀਗਾ ਉਹ ਗੱਲ ਕਰਦਾ ਸੀ, ਕੋਈ ਆਪਣੀ ਲਹਿਰ ਚਲਾਉਂਦੇ ਨੇ ਉਹਦੇ ਬਾਰੇ ਉਹ ਗੱਲ ਕਰਦਾ ਸੀ ਤੇ ਉਹਨੂੰ ਕਤਲ ਕਰ ਦਿੱਤਾ ਗਿਆ। ਹੁਣ ਤੁਸੀਂ ਦੇਖੋ ਅਗਲੀ ਗੱਲ ਮੈਂ ਤੁਹਾਨੂੰ ਨਾਲ ਨਾਲ ਐਡ ਕਰ ਰਿਹਾ, ਇਹ ਵੀ ਬਹੁਤ ਵੱਡੀ ਹੈ ਤੇ ਇਹਦੇ ਬਾਰੇ ਤੁਸੀਂ ਜੇਕਰ ਧਿਆਨ ਦੇ ਨਾਲ ਪੜ੍ਹੋਗੇ ਖਬਰਾਂ, ਡੇਲੀ ਮੇਲ, ਦੀ ਡੇਲੀ ਮੇਲ ਅਖਬਾਰ ਹੈ ਇੰਗਲੈਂਡ ਦੀ, ਉਹਦੇ ਵਿੱਚ ਇੱਕ ਵੱਡਾ ਲੇਖ ਛਪ ਗਿਆ ਪਿਛਲੇ ਦਿਨੀ ਕਿ ਭਾਈ ਅਵਤਾਰ ਸਿੰਘ ਖੰਡਾ ਦੀ ਮਾਤਾ ਨੇ ਇਹ ਗੱਲ ਦਾ ਜਿਹੜਾ ਦੋਸ਼ ਲਾਏ ਨੇ ਕਿ ਮੇਰੇ ਪੁੱਤਰ ਨੂੰ ਪੋਇਜ਼ਨ ਦਿੱਤਾ ਗਿਆ ਹੈ ਭਾਰਤੀ ਸਰਕਾਰ ਵੱਲੋਂ ਇੰਗਲੈਂਡ ਦੀ ਧਰਤੀ ਦੇ ਉੱਤੇ। ਹੁਣ ਤੁਸੀਂ ਦੇਖੋ ਅਗਲਾ ਕੇਸ ਖੁੱਲਣ ਦੀ ਤਿਆਰੀ ਦੇ ਵਿੱਚ ਹੈ। ਜਿਹੜੀ ਇਨਵੈਸਟੀਗੇਸ਼ਨ ਰਿਸ਼ੀ ਸੁਨਕ ਜਾਂ ਫਿਰ ਇੰਗਲੈਂਡ ਦੀਆਂ ਸਰਕਾਰਾਂ ਨੇ ਨਹੀਂ ਸੀ ਕੀਤੀ ਕਿ ਨਹੀਂ ਜੀ ਇਹ ਇੱਕ ਆਮ ਕਤਲ ਹੈ, ਸੋ ਉਹ ਡੇਲੀ ਮੇਲ ਜਿਹੜੀ ਅਖਬਾਰ ਹੈ ਉਹਦੇ ਵਿੱਚ ਇਹ ਖਾਤਾ ਖੁੱਲ ਚੁੱਕਿਆ ਵੱਡੇ ਪੱਧਰ ਦੇ ਉੱਤੇ। ਬਹੁਤ ਲੰਬਾ ਲੇਖ ਸੀ, ਮੈਂ ਅੱਜ ਸਵੇਰੇ ਪੜ੍ਹ ਰਿਹਾ ਸੀਗਾ, ਸੋ ਸਾਰਾ ਮੇਰੇ ਤੋਂ ਪੜ੍ਹਿਆ ਨਹੀਂ ਗਿਆ ਕਿਉਂਕਿ ਬਹੁਤ ਸੀਗਾ। ਉਹਨਾਂ ਨੇ ਸਾਰੀ ਡਿਟੇਲ ਲਿਖੀ ਹੈ ਕਿ ਕੀ ਹੋਇਆ, ਅਵਤਾਰ ਸਿੰਘ ਖੰਡਾ ਕਦੋਂ ਆਇਆ, ਕੀ ਡਿਮਾਂਡ ਸੀ ਤੇ ਨਾਲ ਹੀ ਉਹਨਾਂ ਨੇ ਜ਼ਿਕਰ ਜਿਹੜਾ ਵਿੱਚ ਹਰਦੀਪ ਸਿੰਘ ਨਿੱਜਰ ਦਾ ਵੀ ਕਰ ਦਿੱਤਾ ਕਿ ਇਸ ਬਿਨਾਂ ਦੇ ਉੱਤੇ ਦੋਸ਼ ਲਾਏ ਜਾ ਰਹੇ ਨੇ ਕਿ ਮਾਤਾ ਚਰਨਜੀਤ ਕੌਰ, ਅਵਤਾਰ ਸਿੰਘ ਖੰਡੇ ਦੀ ਮਾਤਾ ਵੱਲੋਂ ਇਹ ਦੋਸ਼ ਲਾਏ ਜਾ ਰਹੇ ਨੇ ਹੁਣ ਕਿ ਮੇਰੇ ਪੁੱਤਰ ਦੀ ਮੌਤ ਦਾ ਕਾਰਨ ਇਹ ਹੈ। ਸੋ ਉਹਨਾਂ ਨੇ ਸਾਰੀ ਗੱਲ ਦਾ ਜ਼ਿਕਰ ਕਰ ਦਿੱਤਾ। ਹੁਣ ਹੋ ਸਕਦਾ ਅਗਲਾ ਕੇਸ ਆਉਂਦੇ ਦਿਨਾਂ ਦੇ ਵਿੱਚ ਇੰਗਲੈਂਡ ਦੇ ਵਿੱਚ ਵੀ ਖੁੱਲ ਜਾਵੇ। ਹੁਣ ਜਿਹਦੇ ਨਾਲ ਨਾਲ ਇੱਕ ਮੈਂ ਹੋਰ ਤੁਹਾਡੇ ਨਾਲ ਗੱਲ ਸਾਂਝੀ ਕਰ ਦਿੰਦਾ। ਕਿਹਾ ਜਾਂਦਾ ਨਾ ਕਿ ਰਿਸ਼ੀ ਸੁਨਕ ਹੋਰੀ ਭਾਰਤ ਗਏ ਤੇ ਉਹ ਕਹਿੰਦੇ ਆ ਕਿ ਮੈਂ ਤਾਂ ਜੀ ਇੱਥੋਂ ਦਾ ਜਵਾਈ ਆ, ਕਿਉਂਕਿ ਜਿਹੜੀ ਭਾਰਤੋਂ ਅਕਸ਼ੇ ਮੂਰਤੀ ਹੋਰਾਂ ਦੀ ਬੇਟੀ ਜਿਹੜੀ ਆ ਉਹਦੇ ਨਾਲ ਰਿਸ਼ੀ ਸੁਨਕ ਵਿਆਹੇ ਹੋਏ ਨੇ। ਸੋ ਉਹ ਕਹਿੰਦੇ ਨੇ ਕਿ ਮੈਂ ਪ੍ਰਾਊਡਲੀ ਹਿੰਦੂ ਆ। ਮੈਂ ਹੋਰ ਵੀ ਉਹ ਗੱਲਾਂ ਕਰਦੇ ਨੇ ਕਿ ਮੇਰਾ ਭਾਰਤ ਦੇ ਨਾਲ, ਮੇਰਾ ਨਰਿੰਦਰ ਮੋਦੀ ਦੇ ਨਾਲ ਬੜੀ ਯਾਰੀ ਹੈ, ਮੇਰੀ ਦੋਸਤੀ ਹੈ। ਸੋ ਇੰਗਲੈਂਡ ਨੇ ਵੀ ਓਫੀਸ਼ੀਅਲੀ ਆਪਣਾ ਬਿਆਨ ਜਾਰੀ ਕਰ ਦਿੱਤਾ ਹਰਦੀਪ ਸਿੰਘ ਨਿੱਜਰ ਕਤਲ ਮਾਮਲੇ ਦੇ ਵਿੱਚ। ਉਹਨਾਂ ਨੇ ਕਿਹਾ ਕਿ ਅਸੀਂ ਕੈਨੇਡਾ ਦੀ ਪਿੱਠ ਪਿੱਛੇ ਖੜੇ ਹੋਏ ਹਾਂ ਇਸ ਇਨਵੈਸਟੀਗੇਸ਼ਨ ਮਾਮਲੇ ਦੇ ਵਿੱਚ ਤੇ ਅਸੀਂ ਵੀ ਪੂਰੇ ਕੰਸਰਨਡ ਆ ਕਿ ਹੁੰਦਾ ਕੀ ਹੈ, ਕੀ ਨਿਕਲ ਕੇ ਸਾਹਮਣੇ ਆਉਂਦਾ। ਅੱਛਾ, ਹੁਣ ਅਗਲੀ ਗੱਲ ਜਿਹੜੀ ਮੈਂ ਤੁਹਾਨੂੰ ਅਹਿਮ ਜਾਣਕਾਰੀ ਜਿਹੜੀ ਮੈਂ ਦੇਣ ਲੱਗਿਆ, ਜਿਸ ਦਿਨ ਜਸਟਿਨ ਟਰੂਡੋ ਨੇ ਪਾਰਲੀਮੈਂਟ ਦੇ ਵਿੱਚ ਖੜ ਕੇ ਇਹ ਬਿਆਨ ਦਿੱਤਾ ਸੀ ਕਿ ਸਾਨੂੰ ਸ਼ੱਕ ਹੈ, ਸਾਡੇ ਜਿਹੜੇ ਏਜੰਸੀਆਂ ਸਾਨੂੰ ਦੱਸਦੀਆਂ ਕਿ ਭਾਰਤ ਦੇ ਏਜੰਟ ਹਰਦੀਪ ਨਿੱਜਰ ਕਤਲ ਮਾਮਲੇ ਦੇ ਵਿੱਚ ਹੈਗੇ ਨੇ, ਇਨਵੋਲਵ ਨੇ, ਤਾਂ ਅਗਲੇ ਦਿਨ ਚੜ੍ਹਦਾ ਤੇ ਭਾਰਤ ਵੱਲੋਂ ਇਸ ਗੱਲ ਦਾ ਖੰਡਨ ਕੀਤਾ ਜਾਂਦਾ ਕਿ ਤੁਸੀਂ ਬਿਨਾਂ ਗੱਲੋਂ ਇਹ ਗੱਲਾਂ ਕਹਿ ਰਹੇ ਹੋ, ਬਿਨਾਂ ਸਬੂਤਾਂ ਤੋਂ ਇਹ ਗੱਲ ਕਹਿ ਰਹੇ ਹੋ ਤੇ ਇਹਦੇ ਵਿੱਚ ਕੋਈ ਵੀ ਉਹ ਨਹੀਂ ਹੈ, ਸਾਡਾ ਇਹਦੇ ਨਾਲ ਕੋਈ ਲੈਣ ਦੇਣ ਨਹੀਂ ਹੈ। ਪਰ ਹੁਣ ਜਿਹੜੀ ਵੱਡੀ ਘਟਨਾ, ਵੱਡੀ ਗੱਲ ਤੁਹਾਡੇ ਨਾਲ ਮੈਂ ਸਾਂਝੀ ਕਰਨ ਲੱਗਿਆ ਕਿ ਕੈਨੇਡਾ ਨੇ ਸਬੂਤ ਵੀ ਦਿਖਾ ਦਿੱਤੇ ਹੈ ਕਿ ਆਹ ਦੇਖੋ ਤੁਹਾਡੇ ਸਬੂਤ। ਤੁਹਾਡੇ ਡਿਪਲੋਮੈਟ ਜਿਹੜੇ ਨੇ ਉਹ ਚਰਚਾ ਕਰਦੇ, ਸ਼ਾਇਦ ਉਹਨਾਂ ਨੇ ਫੋਨ ਕਾਲਾਂ ਰਿਕਾਰਡ ਕੀਤੀਆਂ ਹੋਈਆਂ ਕਿ ਜਦੋਂ ਇਹ ਚਰਚਾ ਹੋ ਰਹੀ ਹੈ ਕਿ ਕਤਲ ਕਿਵੇਂ ਕਰਨਾ, ਕਿਵੇਂ ਕਰਵਾਉਣਾ, ਉਹ ਕਹਿੰਦੇ ਆ ਕਿ ਸਾਡੇ ਕੋਲ ਸਬੂਤ ਹੈਗੇ ਆ। ਤੇ ਉਸ ਤੋਂ ਵੀ ਵੱਡੀ ਗੱਲ ਤੁਹਾਨੂੰ ਮੈਂ ਦੱਸਣ ਲੱਗਿਆ ਕਿ ਜਦੋਂ G20 ਸੰਮੇਲਨ ਵੇਲੇ ਇਹ ਜਿਹੜੇ ਕੈਨੇਡੀਅਨ ਮਿਨਿਸਟਰ ਨੇ ਉਹ ਜਦੋਂ ਭਾਰਤ ਜਾਂਦੇ ਨੇ ਤਾਂ ਉੱਥੇ ਇੱਕ ਬੰਦ ਕਮਰੇ ਦੇ ਵਿੱਚ ਜਿਹੜੇ ਭਾਰਤ ਦੇ ਅਫੀਸ਼ੀਅਲ ਸੀ ਉਹਨਾਂ ਨੂੰ ਬੁਲਾਇਆ ਜਾਂਦਾ ਹੈ ਕਿ ਆਓ ਤੁਹਾਡੇ ਨਾਲ ਗੁਪਤ ਮੀਟਿੰਗ ਕਰਨੀ ਹੈ। ਉਹ ਬੰਦ ਕਮਰੇ ਦੇ ਵਿੱਚ ਉਹ ਕੈਨੇਡੀਅਨ ਮਿਨਿਸਟਰ ਸਬੂਤ ਖੋਲ ਕੇ ਦਿਖਾ ਦਿੰਦੇ ਨੇ ਭਾਰਤੀ ਅਫੀਸ਼ੀਅਲਸ ਨੂੰ ਕਿ ਆਹ ਦੇਖੋ ਤੁਸੀਂ ਕਿ ਤੁਹਾਡੇ ਖਿਲਾਫ ਸਾਡੇ ਕੋਲ ਸਬੂਤ ਹੈਗੇ ਆ। ਸੋ ਉਸ ਗੱਲ ਦੀ ਵੀ ਹੁਣ ਜਿਹੜੀ ਹੈ ਬਾਹਰ ਨਿਕਲ ਰਹੀ ਹੈ ਭਿਣਕ ਹੌਲੀ ਹੌਲੀ। ਪਰ ਅਗਲੀ ਗੱਲ ਜਿਹੜੀ ਮੈਂ ਨਾਲ ਹੀ ਜੋੜ ਦੇਵਾਂ, ਭਾਰਤੀ ਅਫੀਸ਼ੀਅਲਸ ਨੂੰ ਉਹ ਸਬੂਤ ਦਿਖਾਉਣ ਤੋਂ ਬਾਅਦ ਕੈਨੇਡਾ ਨੇ ਕਹਿੰਦੇ ਕਿ ਉੱਚ ਕੋਟੀ ਤੇ ਜਿਹੜੇ ਇੱਕ ਪ੍ਰੈਸ ਹੁੰਦੀ ਹੈ ਨਾ, ਜਿਹੜੀ ਆਪਾਂ ਕਹਿ ਲਈਏ ਵੀ ਇੱਕ ਵੱਡੇ ਪੱਧਰ ਦੇ ਜਿਹੜੇ ਅਦਾਰੇ ਹੁੰਦੇ ਨੇ, ਸੋ ਉਹਨਾਂ ਦੇ ਸਮੂਹ ਨੂੰ ਬੰਦ ਕਮਰੇ ਦੇ ਵਿੱਚ ਕੈਨੇਡਾ ਦੇ ਵਿੱਚ ਵੀ ਉਹ ਸਬੂਤ ਦਿਖਾ ਦਿੱਤੇ ਆ।
ਮਤਲਬ ਤੁਸੀਂ ਸਮਝ ਗਏ ਹੋ ਨਾ ਮੇਰੀ ਗੱਲ, ਕਿ ਉਹਦੇ ਵਿੱਚ ਭਾਵੇਂ ਵੱਡੇ ਅਦਾਰੇ ਹੋਣ, ਵਾਸ਼ਿੰਗਟਨ ਪੋਸਟ ਹੋਵੇ, ਅਮਰੀਕਾ ਦੇ, ਆਸਟ੍ਰੇਲੀਆ ਦੇ ਵੱਡੇ ਅਖਬਾਰਾਂ ਦੇ ਜਿਹੜੇ ਪੱਤਰਕਾਰ ਨੇ ਉਹਨਾਂ ਨੂੰ ਸੱਦ ਕੇ, ਇਹ ਨਹੀਂ ਕਿ ਮਤਲਬ ਜਣਾ ਖਣਾ ਕੋਈ ਵੈਬ ਚੈਨਲ ਵਰਗਾ ਜਾਂ ਕੋਈ ਹੋਰ ਜਿਹੜਾ ਚਲੇ ਜਾਵੇ ਤੇ ਉਹਨੂੰ ਵੀ ਕਹਿਣ ਵਾਲਾ ਤੂੰ ਵੀ ਦੇਖ ਲੈ। ਨੋ, ਉਹਨਾਂ ਨੇ ਸਿਰਫ ਜਿਹੜੇ ਵੱਡੇ ਜਿਹੜੇ ਅਦਾਰੇ ਨੇ ਉਹਨਾਂ ਦੇ ਪੱਤਰਕਾਰਾਂ ਨੂੰ ਵੀ ਕਹਿੰਦੇ ਆ ਉਹ ਸਬੂਤ ਅੰਦਰ ਖਾਤੇ ਦਿਖਾ ਦਿੱਤੇ ਆ। ਜਨਤਕ ਉਹਨਾਂ ਨੇ ਨਹੀਂ ਕੀਤੇ, ਪਰ ਮੈਨੂੰ ਲੱਗਦਾ ਵੀ ਆਉਂਦੇ ਦਿਨਾਂ ਦੇ ਵਿੱਚ ਜੇਕਰ ਕੁਛ ਵਾਧਾ ਹੁੰਦਾ ਹੈ ਸਾਰੇ ਕਲੇਸ਼ ਦੇ ਵਿੱਚ, ਤਾਂ ਫਿਰ ਉਹ ਜਨਤਕ ਵੀ ਕਰ ਦੇਣਗੇ। ਹੁਣ ਤੱਕ ਉਹਨਾਂ ਨੇ ਕਿਉਂ ਨਹੀਂ ਕੀਤੇ, ਇਹ ਉਹੀ ਜਾਣਦੇ ਨੇ, ਹਨਾ। ਸੋ ਇਹ ਜਾਣਕਾਰੀਆਂ ਹੁਣ ਤੱਕ ਜਿਹੜੀਆਂ ਆਈਆਂ। ਇੱਕ ਹੋਰ ਜਾਣਕਾਰੀ ਮੇਰੇ ਨਾਲ ਨਾਲ ਮੈਂ ਤੁਹਾਨੂੰ, ਬਹੁਤ ਸਾਰਾ ਅਪਡੇਟ ਹੋਇਆ ਪਿਆ ਤੇ ਤਾਂ ਕਰਕੇ ਮੈਂ ਤੁਹਾਨੂੰ ਨਾਲ ਨਾਲ ਜੋੜ ਰਿਹਾ, ਤੇ ਕਈ ਵਾਰ ਬੰਦਾ ਭੁੱਲ ਜੀ ਵੀ ਜਾਂਦਾ, ਦਿਮਾਗ ਦੇ ਵਿੱਚੋਂ ਨਿਕਲ ਵੀ ਜਾਂਦੀ ਹੈ। ਸੋ ਅਗਲੀ ਖਬਰ ਜਿਹੜੀ ਮੈਂ ਤੁਹਾਨੂੰ ਦੱਸਣ ਲੱਗਿਆ, ਇਹ ਵੀ ਬਹੁਤ ਅਹਿਮ ਹੈ। ਸਰਪੰਚ ਜਿਹੜਾ ਜੀ ਜੀ ਅਮਰੀਕਾ ਹੈ, ਉਹਦੇ ਰਾਸ਼ਟਰਪਤੀ ਨੇ ਜੋ ਬਾਈਡਨ ਹੋਰੀ, ਜੋ ਬਾਈਡਨ ਦੇ ਬਾਰੇ ਵੀ ਇੱਕ ਖਬਰ ਜਿਹੜੀ ਹੈ ਹੈਡਲਾਈਨ ਦੇ ਰੂਪ ਦੇ ਵਿੱਚ ਛਪ ਚੁੱਕੀ ਹੈ ਕਿ ਉਹ ਜਦੋਂ ਜਾਂਦੇ ਨੇ ਭਾਰਤ, ਤਾਂ ਉਹਨਾਂ ਨੇ ਵੀ ਇਸ ਗੱਲ ਦਾ ਜ਼ਿਕਰ ਜਿਹੜਾ ਨਰਿੰਦਰ ਮੋਦੀ ਹੋਰਾਂ ਦੇ ਨਾਲ ਕੀਤਾ। ਹਰਦੀਪ ਸਿੰਘ ਨਿੱਜਰ ਕਤਲ ਮਾਮਲੇ ਦੀ ਉਹਨਾਂ ਨੇ ਜਿਹੜੀ ਸਾਰੀ ਡਿਸਕਸ ਹੈ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਕੀਤੀ ਹੈ। ਤੁਸੀਂ ਦੇਖੋ ਕਿੱਡੀ ਵੱਡੀ ਗੱਲ ਹੈ। ਮਤਲਬ ਜਨਤਕ ਕਰਨ ਤੋਂ ਪਹਿਲਾਂ, ਪਾਰਲੀਮੈਂਟ ਦੇ ਵਿੱਚ ਜਸਟਿਨ ਟਰੂਡੋ ਦੇ ਬਿਆਨ ਦੇਣ ਤੋਂ ਪਹਿਲਾਂ, ਇਹਨਾਂ ਨੇ ਸਾਰਿਆਂ ਨੇ ਰਲ ਕੇ, ਕੈਨੇਡਾ ਨੇ, ਅਮਰੀਕਾ ਨੇ ਰਲ ਕੇ ਜਿਹੜਾ ਹੈ ਉਹ ਭਾਰਤ ਨਾਲ ਗੱਲ ਕੀਤੀ ਹੈ ਪਹਿਲਾਂ, ਕਿ ਦੇਖੋ ਵੀ ਤੁਹਾਡੇ ਖਿਲਾਫ ਸਬੂਤ ਨਿਕਲ ਰਹੇ ਨੇ, ਤੁਹਾਡੇ ਖਿਲਾਫ ਆਹ ਗੱਲਾਂ ਜੀ ਨਿਕਲ ਰਹੀਆਂ। ਸੋ ਜਦੋਂ ਉਹਨਾਂ ਨੇ ਕੋਈ ਰਾਹ ਨਹੀਂ ਪਾਇਆ ਤੇ ਇਹਨਾਂ ਨੇ ਜਨਤਕ ਕਰ ਦਿੱਤਾ। ਇਹ ਬਹੁਤ ਵੱਡਾ ਮਸਲਾ ਬਣ ਗਿਆ। ਤੇ ਇਹ ਕਿਉਂ ਬਣ ਗਿਆ? ਹੁਣ ਕਈ ਕਹਿੰਦੇ ਨੇ ਕਿ ਲਓ ਜੀ, ਜਿਹੜਾ ਜਸਟਿਨ ਟਰੂਡੋ ਹੈ ਉਹ ਵੋਟਾਂ ਦੀ ਰਾਜਨੀਤੀ ਖੇਡ ਰਿਹਾ, ਆਉਂਦੇ ਸਮੇਂ ਦੇ ਵਿੱਚ ਉਹਨੂੰ ਵੋਟਾਂ ਨਹੀਂ ਪੈਣੀਆਂ, ਉਹਨੂੰ ਲੱਗਦਾ ਕਿ ਮੈਂ ਅਗਲਾ ਪ੍ਰਧਾਨ ਮੰਤਰੀ ਦੁਬਾਰਾ ਨਹੀਂ ਬਣ ਸਕਦਾ, ਇਸ ਕਰਕੇ ਉਹ ਵੋਟਾਂ ਵਾਲੀ ਗੇਮ ਖੇਡ ਰਿਹਾ। ਪਰ ਮੈਂ ਤੁਹਾਨੂੰ ਦੱਸ ਦਵਾਂ ਕਿ ਜਿੰਨੇ ਕੁ ਸਿੱਖ ਨੇ, ਉਹਦੇ ਤੋਂ 1-2% ਜ਼ਿਆਦਾ ਕੈਨੇਡਾ ਦੇ ਵਿੱਚ ਹਿੰਦੂ ਰਹਿੰਦੇ ਨੇ। ਹੁਣ ਜੇ ਮੰਨ ਲਓ ਸਿੱਖਾਂ ਦੀ ਵੋਟ ਖਾਤਰ ਹਾਂਜੀ ਜਿਹੜੀ ਜਸਟਿਨ ਵੱਡੀ ਗੱਲ ਟਰੂਡੋ, ਕਹਿਤੀ ਹੋ ਰਹੀ ਹਾਂਜੀ ਦਿਲ ਸਿੰਘ ਉਰੇ ਵੱਡੀ ਗੱਲ ਕਹਿਤੀ। ਮੈਂ ਚਾਹੁੰਦਾ ਕਿ ਆਪਣੇ ਆંકੜੇ ਨੂੰ ਥੋੜਾ ਆਪਾਂ ਦੁਬਾਰਾ ਦਰਸ਼ਕਾਂ ਅੱਗੇ ਖੋਲ ਕੇ ਰੱਖ ਦਈਏ ਕਿ ਕੈਨੇਡਾ, ਯੂਕੇ ਦੇ ਵਿੱਚ, ਯੂਕੇ ਤੁਸੀਂ ਰਹਿੰਦੇ ਹੋ, ਯੂਕੇ ਤੇ ਕੈਨੇਡਾ ਵਿੱਚ ਜੇ ਆਪਾਂ ਪੋਪੂਲੇਸ਼ਨ ਦੀ ਗੱਲ ਕਰੀਏ ਤਾਂ ਉੱਥੇ ਹਿੰਦੂ ਜ਼ਿਆਦਾ ਜਾਂ ਸਿੱਖ ਜ਼ਿਆਦਾ ਜਾਂ ਮੁਸਲਮਾਨ ਜ਼ਿਆਦਾ ਨੇ? ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਆંકੜੇ ਵਾਈਜ਼। ਦੇਖੋ ਮੈਂ ਜਿਹੜੇ ਇੰਗਲੈਂਡ ਦੇ ਤੁਹਾਨੂੰ ਮੈਂ ਬਾਅਦ ਵਿੱਚ ਦੱਸਾਂਗਾ, ਪਰ ਮੈਂ ਕੈਨੇਡਾ ਦੇ ਤੁਹਾਨੂੰ ਮੈਂ ਦੱਸ ਰਿਹਾ ਵਾਂ। ਜੀ ਕੈਨੇਡਾ ਦੇ ਵਿੱਚ ਜਿੰਨੇ ਸਿੱਖ ਮੰਨੇ ਜਾਂਦੇ ਨੇ ਉਹਦੇ ਨਾਲੋਂ 1-2% ਹੀ ਜ਼ਿਆਦਾ ਹਿੰਦੂ ਨੇ, ਠੀਕ ਹੈ ਨਾ। ਓਕੇ ਹਿੰਦੂ ਪਾਪੂਲੇਸ਼ਨ ਜਿਹੜੀ ਹੈ ਉਹ ਇਹ ਨਹੀਂ ਹੈਗਾ ਭਈ ਉੱਥੇ 0 ਹੋਏਗੀ ਤੇ ਸਿੱਖ ਜਿਹੜੇ ਨੇ 7% ਹੋਣਗੇ, ਇਸ ਤਰ੍ਹਾਂ ਨਹੀਂ ਹੈ। ਮਤਲਬ ਕਿ ਜੇ ਮੇਰੇ ਕਹਿਣ ਦਾ ਇਹ ਭਾਵ ਹੈ ਵੀ ਜੇ ਸਿੱਖ ਵੋਟ ਲੁਭਾਉਣ ਕਰਕੇ, ਮਤਲਬ ਕਿ ਉਹਨਾਂ ਨੂੰ ਅਟਰੈਕਟ ਕਰਨ ਕਰਕੇ, ਵੋਟਾਂ ਖਿੱਚਣ ਕਰਕੇ ਜਿਹੜਾ ਜੀ ਜਸਟਿਨ ਟਰੂਡੋ ਸਿੱਖਾਂ ਦੇ ਹੱਕ ਦੇ ਵਿੱਚ ਬਿਆਨ ਦਿੰਦਾ ਹੈ, ਤਾਂ ਮੇਰੇ ਕੋਲ ਫਿਰ ਇਹੀ ਅਗਲਾ ਜਿਹੜੀ ਸਵਾਲ ਹਿੰਦੂ ਸੀਗਾ ਵੋਟ ਨਹੀਂ ਟੁੱਟਦੀ। ਜੀ ਦਿਲ ਸਿੰਘ, ਮੇਰਾ ਤੁਹਾਨੂੰ ਇਹੀ ਸਵਾਲ ਸੀਗਾ। ਗੱਲਾਂ ਚੱਲਦੀ ਵੀ ਸੀ ਕਿ ਉੱਥੇ ਸਿੱਖ ਵੋਟਾਂ ਦੇ ਲਈ ਜਸਟਿਨ ਟਰੂਡੋ ਇਹ ਕਰਦੇ ਪਏ ਨੇ, ਪਰ ਜੇ ਉੱਥੇ ਹਾਂਜੀ, ਹਿੰਦੂ ਵੋਟਾਂ ਦੀ ਜ਼ਿਆਦਾ ਹੈ ਤੇ ਫੇਰ ਤਾਂ ਉਹ ਦੋਨਾਂ ਨੂੰ ਹੀ ਬਰਾਬਰ ਲੈ ਕੇ ਨਹੀਂ ਚੱਲਣਗੇ। ਡੈਫੀਨੇਟਲੀ ਆਹ ਗੱਲ ਤੁਸੀਂ ਹੁਣ ਸਮਝ ਗਏ ਹੋ ਕਿ ਇਹ ਗੱਲ ਹੈ ਜਿਹੜੀ ਕਹੀ ਜਾ ਰਹੀ ਹੈ ਕਿ ਲਓ ਜੀ ਵੋਟਾਂ ਖਾਤਰਾ ਕੀਤਾ ਜਾ ਰਿਹਾ। ਸੋ ਹਿੰਦੂ ਪਾਪੂਲੇਸ਼ਨ ਕਿਹੜਾ ਘੱਟ ਹੈ? ਹਿੰਦੂ ਵੀ ਸਾਡੇ ਵੱਖ-ਵੱਖ ਜਿਹੜੇ ਹਿੰਦੂ ਭਰਾ ਨੇ ਉਹ ਵੱਖ-ਵੱਖ ਭਾਰਤ ਦੀਆਂ ਸਟੇਟਾਂ 'ਚ ਉੱਥੇ ਗਏ ਹੋਏ ਨੇ। ਸਿੱਖ ਤਾਂ ਸਿਰਫ ਜ਼ਿਆਦਾ ਜਿਹੜੇ ਨੇ ਆਲਮੋਸਟ ਪੰਜਾਬ ਤੋਂ ਗਏ ਹੋਏ ਕੈਨੇਡਾ, ਪਰ ਜਿਹੜੇ ਹਿੰਦੂ ਭਰਾ ਨੇ ਉਹ ਪੰਜਾਬ 'ਚੋਂ ਵੀ ਗਏ ਹੋਏ ਆ, ਗੁਜਰਾਤ ਦੇ ਵਿੱਚੋਂ ਵੀ ਗਏ ਹੋਏ ਆ, ਤੇ ਹੋਰ ਬੜੀਆਂ ਸਟੇਟਾਂ ਨੇ। ਸੋ ਉਹਨਾਂ ਦੀ ਵੋਟ ਖਰਾਬ ਨਹੀਂ ਹੁੰਦੀ ਜੇਕਰ ਜਸਟਿਨ ਟਰੂਡੋ ਸਿੱਖਾਂ ਦੇ ਹੱਕ ਦੇ ਵਿੱਚ ਭੁਗਤਦੇ ਆ। ਜੀ ਇਹ ਗੱਲ ਜਿਹੜੀ ਐਵੇਂ ਹੀ ਮਤਲਬ ਕਿ ਘੁਮਾ ਕੇ ਕੀਤੀ ਜਾ ਰਹੀ, ਵੋਟਾਂ ਦੀ ਰਾਜਨੀਤੀ। ਸੋ ਹੁਣ ਤੁਹਾਨੂੰ ਮੈਂ ਇੱਕ ਹੋਰ ਨਾਲ ਗੱਲ ਜੋੜ ਦਿੰਦਾ। ਇਹ ਤਾਂ ਗੱਲ ਹੋ ਗਈ ਕਿ ਵੋਟਾਂ ਵਾਲੀ ਜਿਹੜੀ ਮੈਂ ਗੱਲ ਕਲੀਅਰ ਕਰਤੀ ਹੈ, ਸ਼ਾਇਦ ਸਾਡੇ ਦਰਸ਼ਕਾਂ ਨੂੰ ਸਮਝ ਆ ਗਈ ਹੋਵੇ। ਹੁਣ ਤੁਸੀਂ ਮੈਨੂੰ ਦੱਸੋ ਵੀ ਇੱਕ ਦੇਸ਼ ਦਾ ਪ੍ਰਧਾਨ ਮੰਤਰੀ, ਆਪਾਂ ਕਹਿ ਦਿੰਦੇ ਆ ਅਮਰੀਕਾ ਤੋਂ ਬਾਅਦ ਕੈਨੇਡਾ ਦਾ ਨੰਬਰ ਆਉਂਦਾ ਪੂਰੀ ਦੁਨੀਆ 'ਚ, ਜੇ ਆਪਾਂ ਦੇਖਣਾ ਹੋਵੇ ਇੱਕ ਨਾ ਪਾਵਰਸ ਦੇ ਰੂਪ ਦੇ ਵਿੱਚ, ਕਿ ਪਹਿਲੀ ਪਾਵਰ ਮੰਨ ਕੇ ਚੱਲੀਏ ਤੇ ਦੂਜੀ ਪਾਵਰ ਤੀਜੀ, ਤੇ ਜੇ ਇਹ ਪਾਵਰਸ ਨਾ ਵੀ ਮੰਨਣੀਆਂ ਹੁਣ ਤਾਂ 5 ਆਈਜ਼ ਦਾ ਹਿੱਸਾ ਹੈ ਕੈਨੇਡਾ। ਤੇ ਉਹਦਾ ਪ੍ਰਧਾਨ ਮੰਤਰੀ ਝੂਠੇ ਇਲਜ਼ਾਮ ਲਾ ਸਕਦਾ ਯਾਰ, ਉਹ ਵੀ ਪਾਰਲੀਮੈਂਟ ਦੇ ਵਿੱਚ ਖੜ ਕੇ। ਤੇ ਜੇ ਉਹ ਲਾ ਦੇਵੇ ਝੂਠੇ ਇਲਜ਼ਾਮ, ਤੇ ਜੇ ਉਹਦੇ ਵਿਰੋਧੀ ਜਿਹੜੇ ਨੇ, ਜਸਟਿਨ ਟਰੂਡੋ ਦੇ ਵਿਰੋਧੀਆਂ ਦੇ ਹੱਥ ਦੇ ਵਿੱਚ ਮਾੜੀ ਜੀ ਵੀ ਕੋਈ ਚਿੰਗਿਆਰੀ ਆ ਗਈ, ਛੋਟਾ ਜਿਹਾ ਵੀ ਰੱਤੀ ਭਰ ਵੀ ਉਹਨਾਂ ਦੇ ਹੱਥ ਸਬੂਤ ਆ ਗਿਆ ਵੀ ਜਸਟਿਨ ਟਰੂਡੋ ਝੂਠ ਬੋਲ ਰਿਹਾ, ਤਾਂ ਉਹ ਤਾਂ ਭਾਈ ਉਹਨੂੰ ਖਿੱਚਣਗੇ, ਉਹਦੀ ਪਜਾਮਾ ਪਾੜ ਦੇਣਗੇ, ਉਹਦੀ ਖਿੱਚ ਤੂ ਹੋ ਜਾਊਗੀ। ਉਹਨੂੰ ਕਹਿਣਗੇ ਵੀ ਅੱਜ ਹੀ ਅਸਤੀਫਾ ਦੇ, ਤੂੰ ਐਡੀ ਵੱਡੀ ਗੱਲ ਕਿਵੇਂ ਕਹਿ ਦਿੱਤੀ? ਤੂੰ ਕਿਸੇ ਦੇਸ਼ ਦੇ ਉੱਤੇ ਬਿਨਾਂ ਕਿਸੇ ਗੱਲ ਤੋਂ ਇਲਜ਼ਾਮ ਕਿੱਦਾਂ ਲਾ ਸਕਦਾ? ਇਹ ਤਾਂ ਕਦੇ ਵੀ ਪੋਸੀਬਲ ਨਹੀਂ ਹੁੰਦਾ। ਇਹ ਤਾਂ ਨਿਆਣਿਆਂ ਵਾਲੀਆਂ ਗੱਲਾਂ ਅਸੀਂ ਕਰ ਰਹੇ ਹਾਂ। ਮਤਲਬ ਕਿ ਆਪਾਂ ਆਮ ਹਾਲਾਤਾਂ ਦੇ ਵਿੱਚ ਤਾਂ ਸਾਡੀ ਕੋਈ ਵੀ ਗੱਲਬਾਤ ਨਹੀਂ ਮਤਲਬ ਕਿ ਅਸੀਂ ਕਰਦੇ, ਪਰ ਜਦੋਂ ਇਦਾਂ ਦਾ ਮਸਲਾ ਹੋ ਜਾਂਦਾ ਫਿਰ ਸਾਡੀ ਕੌਮ ਦੇ ਵਿੱਚ ਹੀ 70-100 ਵਿਦਵਾਨ ਨਿਕਲ ਕੇ ਆ ਜਾਂਦੇ ਆ, ਕੋਈ ਇੱਧਰ ਨੂੰ ਖਿੱਚਦਾ, ਕੋਈ ਉੱਧਰ ਨੂੰ। ਫਿਰ ਤਾਂ ਇਦਾਂ ਲੱਗਦਾ ਵੀ ਜਿਹੜੀ ਸਿੱਖ ਕੌਮ ਜਾਂ ਪੰਜਾਬੀਆਂ ਦੀ ਜਿਹੜੀ ਕੌਮ ਹੈ ਉਹ ਸਾਰੀ ਵਿਦਵਾਨਾਂ ਦੀ ਹੈ। ਕੋਈ ਪਹੁੰਚਾ ਫੜ ਕੇ ਖਿੱਚਦਾ ਹੁੰਦਾ, ਕੋਈ ਕਹਿੰਦਾ
ਇਹ ਜੀ ਹਾਲਾਤ ਖਰਾਬ ਹੋ ਗਏ ਆ। ਹੁਣ ਮੈਂ ਕਹਿੰਦਾ ਕਿ ਜਿਹੜੇ ਸਟੱਡੀ ਬੇਸ ਤੇ ਜਾਣ ਵਾਲੇ ਬੱਚੇ ਉਹ ਮਾੜਾ ਜਿਹਾ ਧਿਆਨ ਰੱਖਿਓ, ਕੋਈ ਫਰਕ ਨਹੀਂ ਪੈਣਾ, ਕੋਈ ਫਰਕ ਨਹੀਂ ਪੈਣਾ, ਬੱਚੇ ਉਦਾਂ ਹੀ ਜਾਣਗੇ ਤੇ ਜਿਹੜੇ ਉਧਰੋਂ ਵੀ ਇਦਾਂ ਹੀ ਆਉਣਗੇ। ਤੁਹਾਨੂੰ ਪਤਾ ਤੁਸੀਂ ਸੁਣੀ ਹੋਣੀ ਆ ਕੱਲ ਗੱਲ ਕਿ ਭਾਰਤ ਨੇ ਕੈਨੇਡੀਅਨਾਂ ਵਾਸਤੇ ਵੀਜ਼ਾ ਜਿਹੜਾ ਬੰਦ ਕਰ ਦਿੱਤਾ, ਠੀਕ ਹੈ। ਜੀ ਉਹ 2-4 ਘੰਟੇ ਲੰਘੇ ਆ ਤੇ ਉਹਨਾਂ ਨੇ ਦੁਬਾਰਾ ਉਹ ਜਿਹੜਾ ਭਾਰਤ ਨੇ ਵਾਪਸ ਲੈ ਲਿਆ ਕਿ ਨਹੀਂ ਵੀਜ਼ਾ ਬੰਦ ਨਹੀਂ ਹੋਇਆ, ਅਸੀਂ ਸਰਵਿਸ ਬਹਾਲ ਕੀਤੀ ਹੈ। ਸੋ ਇਹ ਹਾਲਾਤ ਹਜੇ ਉੱਥੇ ਨਹੀਂ ਹੈ ਕਿ ਤੁਸੀਂ ਕਹਿ ਲਓ ਵੀ ਦੋ ਜੰਗ ਦੇ ਹਾਲਾਤ ਬਣ ਗਏ, ਡਿਪਲੋਮੈਟ ਵਾਪਸ ਆ ਗਏ, ਸਰ ਉਹ ਉਸ ਤਰੀਕੇ ਦੇ ਹਾਲਾਤ ਨਹੀਂ ਬਣੇ। ਹਜੇ ਗੱਲ ਚੱਲ ਰਹੀ ਹੈ, ਹਜੇ ਮਸਲਾ ਜਿਹੜਾ ਯੂਐਨਓ ਤੱਕ ਗਿਆ। ਇਹ ਆਉਂਦੇ ਸਮੇਂ ਦੇ ਵਿੱਚ ਇਨਵੈਸਟੀਗੇਸ਼ਨ ਕੰਪਲੀਟ ਹੋਏਗੀ। ਉਸ ਤੋਂ ਬਾਅਦ ਇਹਦੇ ਨਤੀਜੇ ਕੀ ਨਿਕਲਣਗੇ, ਕਈ ਇਹ ਵੀ ਕਹਿੰਦੇ ਨਤੀਜੇ ਕੀ ਨਿਕਲਣਗੇ ਨਾ, ਨਤੀਜਿਆਂ ਦਾ ਵੀ ਤੁਹਾਨੂੰ ਮੈਂ ਦੱਸ ਦਿੰਦਾ। ਇਹਦੇ ਨਤੀਜੇ ਜੀ ਇਸ ਤਰ੍ਹਾਂ ਨਿਕਲ ਸਕਦੇ ਆ ਕਿ ਸੈਂਕਸ਼ਨਸ ਲੱਗ ਸਕਦੀਆਂ ਭਾਰਤ ਦੇ ਉੱਤੇ, ਜਿਵੇਂ ਹੁਣ ਵਪਾਰ ਦੀ ਲੱਗ ਚੁੱਕੀ, ਆਲਰੇਡੀ ਟ੍ਰੇਡ ਰੋਕ ਦਿੱਤਾ ਉਹਨਾਂ ਨੇ। ਇਨਵੈਸਟੀਗੇਸ਼ਨ ਕੰਪਲੀਟ ਹੋ ਜਾਂਦੀ ਹੈ, ਉਸ ਤੋਂ ਬਾਅਦ ਸੈਂਕਸ਼ਨਸ ਲੱਗਣਗੀਆਂ ਵੀ ਤੁਹਾਡੇ ਲਈ ਅਸੀਂ ਆਹ ਨਹੀਂ ਕਰਾਂਗੇ। ਅਮਰੀਕਾ ਕਹੂਗਾ ਤੁਹਾਨੂੰ ਜਿਹੜੇ ਅਸੀਂ ਐਨੂਅਲੀ ਫੰਡ ਦਿੰਨੇ ਆ ਅਸੀਂ ਉਹ ਨਹੀਂ ਦਿਆਂਗੇ। ਆਸਟ੍ਰੇਲੀਆ ਕਹੂਗਾ ਵੀ ਤੁਹਾਡੇ ਨਾਲ ਸਾਡੀ ਜਿਹੜੀ ਫਲਾਨੀ ਡੀਲ ਨਹੀਂ ਹੈਗੀ ਫਲਾਨੀ, ਉਹ ਕਹਿਣਗੇ ਹਾਂ ਹਾਂ ਉਹ ਬੰਦ ਕਰਦੇ ਆ ਅਸੀਂ। ਇੰਗਲੈਂਡ ਕਹੂਗਾ ਵੀ ਤੁਹਾਡੇ ਨਾਲ ਜਿਹੜਾ ਸਾਡਾ ਆਹ ਸਿਸਟਮ ਸੀ ਨਾ, ਜਿਹੜਾ ਵੀਜ਼ਾ ਪ੍ਰਣਾਲੀ ਸੀ, ਉਹ ਕਹਿਣਗੇ ਹਾਂਜੀ ਹਾਂਜੀ ਉਹ ਬੰਦ ਕਰਦੇ ਆ ਅਸੀਂ। ਆਹ ਸੈਂਕਸ਼ਨਸ ਹੁੰਦੀਆਂ। ਫਿਰ ਉਹਦਾ ਸਾਥ ਦੇਣ ਤੋਂ ਨਾ ਕਰ ਦਿੱਤੀ ਜਾਂਦੀ ਹੈ ਮੁਲਕ ਦਾ, ਕਿ ਤੇਰੇ ਉੱਤੇ ਕੋਈ ਭੱਜ ਦੌੜ ਪੈਂਦੀ ਹੈ ਤੇ ਅਸੀਂ ਤੇਰੇ ਨਾਲ ਨਹੀਂ ਖੜੇ, ਅਸੀਂ ਪਿੱਛੇ ਹਟ ਗਏ ਹਾਂ। ਤੇ ਅਮਰੀਕਾ ਦੇ ਨਾਲ ਇੱਕ ਵੀਜ਼ਾ ਚੱਲਦਾ, ਮੈਨੂੰ ਲੱਗਦਾ ਜੇ ਮੈਂ ਝੂਠ ਨਾ ਹੋਵਾਂ H12HB1, ਸੌਰੀ ਮੈਨੂੰ ਸ਼ਾਇਦ ਯਾਦ ਨਹੀਂ, ਇਸ ਤਰ੍ਹਾਂ ਦਾ ਹੀ ਹੈਗਾ ਉਹ ਵੀਜ਼ਾ। ਉਹ ਸਿਰਫ ਭਾਰਤੀਆਂ ਵਾਸਤੇ ਆ ਵੀਜ਼ਾ, ਸੋ ਉਹਨੂੰ ਬੰਦ ਕਰ ਦਿੱਤਾ ਜਾਊਗਾ। ਸੈਂਕਸ਼ਨਸ ਲੱਗਦੀਆਂ ਨੇ। ਸੈਂਕਸ਼ਨਸ ਦੇ ਵਿੱਚ ਫਿਰ ਜਦੋਂ ਇਹ ਹੁੰਦਾ ਇੱਕ ਫਾਈਨੈਂਸ਼ੀਅਲੀ ਇਕਨੋਮਿਕਲੀ ਕਿਸੇ ਦੇਸ਼ ਨੂੰ ਤੋੜਨਾ। ਹੁਣ ਮੈਂ ਤੁਹਾਨੂੰ ਇਹਦੀ ਐਗਜ਼ਾਮਪਲ ਦੇ ਦਿੰਦਾ। ਸਾਊਦੀ ਅਰਬ ਦੇ ਜੰਪਲ ਇੱਕ ਪੱਤਰਕਾਰ ਸੀ ਜਿਨ੍ਹਾਂ ਦਾ ਨਾਂ ਸੀ ਜਮਾਲ ਖਸ਼ੋਗੀ, ਜੋ ਜੀ ਵਾਸ਼ਿੰਗਟਨ ਪੋਸਟ ਦੇ ਲਈ ਲਿਖਦੇ ਸੀ ਤੇ ਉਹ ਅਮਰੀਕਾ ਦੇ ਵਿੱਚ ਹੀ ਰਹਿੰਦੇ ਸੀ। ਸਾਊਦੀ ਅਰਬ ਨੇ ਉਹਨਾਂ ਨੂੰ ਦੇਸ਼ ਨਿਕਾਲਾ ਦਿੱਤਾ ਹੋਇਆ ਸੀ, ਜਾਂ ਫਿਰ ਇਸ ਤਰ੍ਹਾਂ ਕਹਿ ਲਈਏ ਬਲੈਕ ਲਿਸਟਡ, ਜਿਵੇਂ ਬਹੁਤ ਸਾਰੇ ਸਿੱਖ ਬਾਹਰਲੇ ਮੁਲਕਾਂ 'ਚ ਰਹਿੰਦੇ ਆ। ਸੋ ਉਹ ਕੀ ਜੀ ਲਿਖਦੇ ਸੀ ਜਿਹੜੇ ਸਾਊਦੀ ਅਰਬ ਦੇ ਪ੍ਰਿੰਸ ਨੇ ਉਹਨਾਂ ਦੇ ਖਿਲਾਫ, ਕਿ ਲਓ ਜੀ ਇਹ ਮਤਲਬ ਕਿ ਆਪਣੇ ਸਾਊਦੀ ਅਰਬ 'ਚ ਬੜਾ ਤਸ਼ੱਦਦ ਕਰ ਰਹੇ ਨੇ, ਸਖਤ ਸਜ਼ਾਵਾਂ ਦਿੰਦੇ ਆ, ਇਹ ਮਤਲਬ ਸ਼ਾਹੀ ਪਰਿਵਾਰ ਐ ਕਰਦਾ ਉਹ ਕਰਦਾ। ਵਾਸ਼ਿੰਗਟਨ ਪੋਸਟ 'ਚ ਉਹ ਲਿਖਦੇ ਹੁੰਦੇ ਸੀ ਜਮਾਲ ਖਸ਼ੋਗੀ। ਸੋ ਉਹਨਾਂ ਨੂੰ ਬਹਾਨੇ ਦੇ ਨਾਲ ਫਿਰ ਅਮਰੀਕਾ 'ਚ ਤਾਂ ਕਤਲ ਨਹੀਂ ਸੀ ਕੀਤਾ ਜਾ ਸਕਦਾ। ਸਾਊਦੀ ਅਰਬ ਨੇ ਕੀ ਕੀਤਾ, ਫਿਰ ਉਹਨਾਂ ਨੂੰ ਸੱਦਿਆ ਤੁਰਕੀ ਦੇ ਵਿੱਚ ਜਿੱਥੇ ਸਾਊਦੀ ਅਰਬ ਦੀ ਅੰਬੈਸੀ ਸੀ, ਕਿ ਉਹ ਆਓ ਤੁਸੀਂ ਆਪਣੇ ਜਿਹੜੇ ਡਾਕੂਮੈਂਟ ਤੁਹਾਡੇ, ਕਿਉਂਕਿ ਜਮਾਲ ਖਸ਼ੋਗੀ ਨੇ ਵਿਆਹ ਕਰਵਾਉਣਾ ਸੀ ਤੇ ਉਹਦੇ ਲਈ ਉਹਨਾਂ ਨੂੰ ਕੁਝ ਜ਼ਰੂਰੀ ਡਾਕੂਮੈਂਟ ਸਾਊਦੀ ਅਰਬ ਦੇ ਕੋਲੋਂ ਚਾਹੀਦੇ ਸੀ। ਉਹਨਾਂ ਨੂੰ ਤੁਰਕੀ ਆਪਣੀ ਅੰਬੈਸੀ ਦੇ ਵਿੱਚ ਸੱਦਿਆ। ਅੰਬੈਸੀ ਦੇ ਵਿੱਚ ਅੰਦਰ ਵੜਦੇ ਨੇ ਜਮਾਲ ਖਸ਼ੋਗੀ ਤੇ ਉਹ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਹੈਗੀ ਆ, ਪਰ ਬਾਹਰ ਨਿਕਲਣ ਦੀ ਕੋਈ ਫੁਟੇਜ ਨਹੀਂ। ਮਤਲਬ ਕਿ ਉਹਨਾਂ ਨੂੰ ਅੰਦਰੋਂ ਅੰਦਰ ਹੀ ਰੱਖ ਕੇ, ਜਿਹੜਾ ਸਾਊਦੀ ਅਰਬ ਦਾ ਪ੍ਰਿੰਸ ਸੀ ਉਹਨੇ ਅੰਦਰ ਬੰਦੇ ਭੇਜੇ ਹੋਏ ਸੀ 15, ਤੇ ਉਹਦੇ ਵਿੱਚ ਉਹਦੇ ਸਪੈਸ਼ਲ ਬਾਡੀਗਾਰਡ ਜਿਹੜੇ ਸਾਰੇ ਸਿਕਿਉਰਿਟੀ ਗਾਰਡ ਸੀਗੇ, ਉਹ ਸਾਰੇ ਮਤਲਬ ਖਾਸ 15 ਬੰਦੇ ਸੀਗੇ। ਅੱਛਾ, ਉਹਨਾਂ ਨੇ ਜੀ ਅੰਦਰੋਂ ਅੰਦਰ ਹੀ ਜਮਾਲ ਖਸ਼ੋਗੀ ਨੂੰ ਮਾਰ ਕੇ ਟੁਕੜੇ ਕਰ ਦਿੱਤੇ, ਟੁਕੜੇ ਕਰਕੇ ਉਹਨੂੰ ਖਤਮ ਕਰ ਦਿੱਤਾ। ਇਹ ਮਸਲਾ ਫਿਰ ਜਦੋਂ ਅਮਰੀਕਾ ਤੱਕ ਪਹੁੰਚਦਾ ਕਿ ਲਓ ਜੀ ਭਾਵੇਂ ਜਿੱਦਾਂ ਮਰਜ਼ੀ ਸੀ, ਪਰ ਸਾਡੇ ਕੋਲ ਗ੍ਰੀਨ ਕਾਰਡ ਹੋਲਡਰ ਸੀ ਸਾਡਾ, ਉਹ ਸਾਡੀ ਵਾਸ਼ਿੰਗਟਨ ਪੋਸਟ ਵਾਸਤੇ ਲਿਖਦਾ ਸੀ ਤੇ ਤੁਹਾਡੇ ਖਿਲਾਫ ਬੋਲਦਾ ਸੀ, ਤੁਸੀਂ ਬੰਦਾ ਕਿੱਦਾਂ ਮਾਰ ਦਿੱਤਾ। ਸੋ ਫਿਰ ਜਿਹੜਾ ਸਾਊਦੀ ਅਰਬ ਦੇ ਉੱਤੇ ਸੈਂਕਸ਼ਨਸ ਲੱਗੀਆਂ ਸੀ। ਹੁਣ ਜਿਹੜਾ ਵੀ ਅਮਰੀਕਾ ਦਾ ਰਾਸ਼ਟਰਪਤੀ ਬਣਦਾ ਹੈ, ਉਹ ਇਸ ਗੱਲ ਨੂੰ ਧਿਆਨ 'ਚ ਰੱਖ ਕੇ ਜਦੋਂ ਪਾਲਿਸੀ ਬਣਾਉਂਦੇ ਨਾ, ਜਦੋਂ ਐਂ ਖੋਲ ਕੇ ਨਵੇਂ ਰਾਸ਼ਟਰਪਤੀ ਦੇ ਅੱਗੇ ਰੱਖ ਦਿੰਦੇ ਆ ਵੀ ਆਹ ਲਓ ਜੀ ਆਹ ਸਾਡਾ ਏਦਾਂ ਸਿਸਟਮ ਚੱਲਦਾ ਅਮਰੀਕਾ ਦਾ, ਤੁਸੀਂ ਦੱਸੋ ਕਿਵੇਂ। ਉਹਦੇ ਵਿੱਚ ਮਾਫ ਕਰਨਾ, ਉਹਦੇ ਵਿੱਚ ਸਪੈਸ਼ਲ ਲਿਖਿਆ ਹੁੰਦਾ ਵੀ ਸਾਊਦੀ ਅਰਬ ਨੇ ਆਹ ਕੰਮ ਕੀਤਾ ਸੀ ਤੇ ਉਹਨੂੰ ਧਿਆਨ 'ਚ ਰੱਖ ਕੇ ਪਾਲਿਸੀਆਂ ਬਣਾਉਣੀਆਂ ਤੁਸੀਂ। ਜੀ ਹੁਣ ਚਾਹੇ ਜਿਹੜੇ ਡੋਨਲਡ ਟਰੰਪ ਹੋਣ, ਉਹ ਜਦੋਂ ਆਉਂਦੇ ਆ ਉਹਨਾਂ ਨੇ ਸੈਂਕਸ਼ਨਸ ਲਾਈਆਂ। ਹੁਣ ਜਦੋਂ ਜੋ ਬਾਈਡਨ ਆਏ ਆ, ਜਦੋਂ ਵੀ ਕੋਈ ਪਾਲਿਸੀ ਬਣਾਉਂਦੇ ਆ ਤੇ ਉਹ ਸਾਊਦੀ ਅਰਬ ਨੂੰ ਧਿਆਨ 'ਚ ਰੱਖ ਕੇ ਕਿ ਇਹਨਾਂ ਨੇ ਸਾਡੇ ਬੰਦਾ ਮਾਰਿਆ ਸਾਡਾ। ਸੋ ਉਹ ਉਸ ਤਰੀਕੇ ਨਾਲ ਕੰਮ ਕਰਦੇ ਆ। ਇਹ ਜਿਹੜੇ ਵੱਡੇ ਮਸਲੇ ਹੁੰਦੇ ਨਾ ਫਿਰ ਜਿਹੜੇ ਇੰਟਰਨੈਸ਼ਨਲ ਲੈਵਲ ਦੇ, ਉਹ ਇਸ ਤਰੀਕੇ ਨਾਲ ਚੱਲਦੇ ਹੁੰਦੇ ਆ। ਹਾਂ, ਉਸ ਤੋਂ ਅਗਲੇ ਕੀ ਇੰਪੈਕਟ ਪੈਣਗੇ ਮੈਂ ਤੁਹਾਨੂੰ ਉਹ ਵੀ ਦੱਸ ਦਿੰਦਾ। ਹੁਣ ਜਿਹੜੇ ਖਾਲਿਸਤਾਨੀ ਸਿੱਖ ਨੇ ਨਾ ਬਾਹਰਲੇ ਦੇਸ਼ਾਂ ਦੇ ਵਿੱਚ, ਜਿਹੜੇ ਖਾਲਿਸਤਾਨ ਦੀ ਡਿਮਾਂਡ ਕਰਦੇ ਆ, ਉਹਨਾਂ ਦੀ ਉਹ ਜੀ ਮੰਗ ਦੇ ਉੱਤੇ ਇੱਕ ਲੈਜਿਟਮੇਸੀ ਦੀ ਮੋਹਰ ਲੱਗ ਗਈ ਹੈ ਕਿ ਇਹਨਾਂ ਦੀ ਮੰਗ ਜਾਇਜ਼ ਹੈ। ਤੁਸੀਂ ਦੇਖੋ ਇਹਦੇ ਵਿੱਚ ਭਾਰਤ ਨੂੰ ਘਾਟਾ ਪਿਆ ਇਸ ਕੰਮ ਕਰਨ ਦੇ ਵਿੱਚ। ਭਾਵੇਂ ਅਸੀਂ ਜਿੰਨੀ ਦੇਰ ਇਨਵੈਸਟੀਗੇਸ਼ਨ ਕੰਪਲੀਟ ਨਹੀਂ ਹੋ ਜਾਂਦੀ, ਇਹ ਨਹੀਂ ਕਹਿੰਦੇ ਕਿ ਭਾਰਤ ਨੇ ਕੀਤਾ, ਪਰ ਅਸੀਂ ਇਹ ਜੀ ਕਹਿੰਦੇ ਹਾਂ ਵੀ ਜੇ ਇਹ ਦੋਸ਼ ਸਾਬਤ ਹੋ ਜਾਂਦੇ ਨੇ ਆਉਂਦੇ ਦਿਨਾਂ ਦੇ ਵਿੱਚ, ਹੈਨਾ, ਉਹਦਾ ਫਿਰ ਭਾਰਤ ਨੂੰ ਘਾਟਾ ਇਹ ਹੈ ਕਿ ਜਿਹੜੀ ਇੱਕ ਸਿੱਖ, ਜਿਹੜੇ ਖਾਲਿਸਤਾਨ ਮੰਗਣ ਵਾਲੇ ਸਿੱਖ ਨੇ, ਇੱਕ ਉਹਨਾਂ ਦੀ ਜਿਹੜੀ ਉਹ ਮੰਗ ਦੇ ਉੱਤੇ ਇੱਕ ਮੋਹਰ ਲੱਗ ਜੂਗੀ। ਫਿਰ ਜਿਹੜਾ ਵੈਸਟ ਆ ਉਹਨਾਂ ਦੇ ਹੱਕ ਦੇ ਵਿੱਚ ਖੜਾ ਰਿਹਾ ਕਰੂਗਾ ਆਉਣ ਵਾਲੇ ਟਾਈਮ ਦੇ ਵਿੱਚ। ਜਦੋਂ ਆ ਜਿਹੜੇ ਰੈਫਰੈਂਡਮ ਕਰਵਾ ਰਹੇ ਨੇ, ਉਹ ਜਦੋਂ ਵੋਟਾਂ ਆਪਣੀਆਂ ਕੰਪਲੀਟ ਕਰ ਲੈਣਗੇ ਤੇ ਜਦੋਂ ਯੂਐਨਓ 'ਚ ਕੇਸ ਲੈ ਕੇ ਜਾਣਗੇ, ਤਾਂ ਯੂਐਨਓ ਦੇ ਵਿੱਚ ਆਲਰੇਡੀ ਹਰਦੀਪ ਸਿੰਘ ਨਿੱਜਰ ਦੇ ਕਤਲ ਦਾ ਜਿਹੜਾ ਮਸਲਾ ਪਿਆ ਹੋਣਾ,
ਫਿਰ ਉਹਨਾਂ ਦੀ ਉਹ ਮੰਗ ਜਿਹੜੀ ਹੈ ਉਹ ਕਿਤੇ ਨਾ ਕਿਤੇ ਯੂਐਨਓ ਕਹੂਗਾ ਵੀ ਹਾਂ ਇਹ ਸੱਚ ਹੈ, ਇਹ ਇਹਨਾਂ ਨੂੰ ਖਤਰੇ ਨੇ, ਇਹਨਾਂ ਨੂੰ ਆਹ ਹੋਇਆ, ਇਹਨਾਂ ਦੀ ਆਹ ਪ੍ਰੋਬਲਮ ਹੈ, ਇਸ ਕਰਕੇ ਇਹਨਾਂ ਨੇ ਆਹ ਮੰਗ ਰੱਖੀ ਹੈ। ਮਤਲਬ ਕਿ ਉਹਨਾਂ ਲਈ ਹੀ ਵਾਅਦਾ ਕੀਤਾ ਹੈ ਖਾਲਿਸਤਾਨ ਮੰਗਣ ਵਾਲਿਆਂ ਵਾਸਤੇ। ਇਹ ਕੰਮ ਜਿਹੜਾ ਭਾਵੇਂ ਜਿੱਦਾਂ ਮਰਜ਼ੀ ਕਹਿ ਲਈਏ ਪਰ ਇਹ ਬਹੁਤ ਗਲਤ ਸਾਬਤ ਹੋ ਗਿਆ। ਇਹ ਜਿਹੜੀ ਜਿੱਦਾਂ ਭਾਰਤ ਚੱਲ ਰਿਹਾ ਸੀ ਕਿ ਅਸੀਂ ਘੁਸ ਕੇ ਮਾਰ ਦੇਂਗੇ, ਆਹ ਕਰ ਦੇਂਗੇ, ਉਹ ਕਰ ਦੇਂਗੇ, ਉਹ ਘੁਸ ਕੇ ਮਾਰਨ ਵਾਲਾ ਕੰਮ ਜਿਹੜਾ ਹੈਗਾ ਹੁਣ ਉਹ ਕਹਿ ਲਈਏ ਵੀ ਉੱਪਰੋਂ ਦੀ ਹੋ ਕੇ ਪੈ ਰਿਹਾ, ਉਹ ਸਾਂਭਿਆ ਨਹੀਂ ਜਾ ਰਿਹਾ ਤੇ ਉਹ ਮੈਨੂੰ ਲੱਗਦਾ ਆਉਂਦੇ ਸਮੇਂ ਦੇ ਵਿੱਚ ਸਾਂਭਿਆ ਵੀ ਨਹੀਂ ਜਾਣਾ। ਜੀ ਜੀ ਦਲਜੀਤ ਸਿੰਘ ਜੀ, ਅੱਜ ਵਾਸਤੇ ਆਪਾਂ ਬਹੁਤ ਸਾਰੀ ਜਾਣਕਾਰੀ ਇਕੱਠੀਆਂ ਕਰ ਲਈਆਂ। ਦਰਸ਼ਕਾਂ ਨਾਲ ਸਾਡੇ ਨਾਲ ਜੁੜੇ ਰਹੋ, ਸਾਨੂੰ ਸਬਸਕ੍ਰਾਈਬਰ ਰੱਖੋ, ਫੇਸਬੁੱਕ ਤੇ ਫੋਲੋ ਰੱਖੋ। ਜਿੱਦਾਂ ਦੀ ਵੀ ਜਾਣਕਾਰੀ ਆਉਣਗੀਆਂ ਸਭ ਤੋਂ ਪਹਿਲਾਂ ਤੇ ਬਹੁਤ ਕਹਿ ਲਓ ਕਿ ਸਟੀਕ ਹੋਣਗੀਆਂ ਤੇ ਤੁਹਾਡੇ ਤੱਕ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ। ਤੇ ਹੁਣ ਵੇਲਾ ਹੋ ਗਿਆ ਦਰਸ਼ਕਾਂ ਤੋਂ ਇਜਾਜ਼ਤ ਲੈਣ ਦਾ। ਧੰਨਵਾਦ।